ਸਿੰਘ ਢਾਲੀਵਾਲ ਆ। मैं भगवंत मान ਨੂੰ ਬੇਨਤੀ ਕਰਨਾ ਚਾਹੁੰਦਾ ਕਿਤੇ ਦੇਖਣਗੇ ਜ਼ਰੂਰ ਵੀਡੀਓ ਘੁਮਾਉਂਦੇ ਉਹ ਆਪ ਵੀ ਬਹੁਤ ਵੀਡੀਓਜ਼ ਬਣਾਉਂਦੇ ਨੇ ਬਹੁਤ ਕੁਝ ਕਰਦੇ ਰਹੇ ਨੇ ਕਿ ਆਹ ਦੇਖ ਲਓ ਤੁਹਾਡੇ ਬਦਲਾਅ ਦੀ ਰਾਜਨੀਤੀ ਜੇ ਇਸ ਤਰ੍ਹਾਂ ਦਾ ਬਦਲਾਅ ਲੈ ਕੇ ਆਉਣਾ ਤੇ ਇਹਨੂੰ ਬੰਦ ਕਰ ਦਿਓ ਇੱਥੇ ਤੇ ਇਹ ਕਹੋ ਕਿ ਅਸੀਂ ਰਾਜਨੀਤਿਕ ਗਿਰਾਵਟ ਦੇ ਵਿੱਚ ਹੋਰ ਇਜ਼ਾਫਾ ਕਰਾਂਗੇ ਜਿਹੜੀਆਂ ਗੱਲਾਂ ਕਾਂਗਰਸ ਤੇ ਅਕਾਲੀ ਦਲ ਨੇ ਨਹੀਂ ਕੀਤੀਆਂ ਉਹ ਅਸੀਂ ਕਰਾਂਗੇ ਫਿਰ ਤੁਹਾਡੇ 'ਚ ਮਾਦਾ ਹੋਣਾ ਚਾਹੀਦਾ ਸੱਚ ਬੋਲਣ ਦਾ ਔਰ ਇੱਕ ਮਾਦਾ ਤੁਹਾਡੇ 'ਚ ਹੋਰ ਹੋਣਾ ਚਾਹੀਦਾ ਹਾਰ ਵੀ ਕਬੂਲਣੀ ਸਿੱਖੋ ਜੇ 92 ਸੀਟਾਂ ਲੋਕਾਂ ਨੇ ਦਿੱਤੀਆਂ ਅਸੀਂ ਤੁਹਾਡੇ ਹਰ ਅੱਛੇ ਕੰਮ ਦੀ ਸ਼ਲਾਘਾ ਕੀਤੀ ਆ ਜੇ ਤੁਸੀਂ ਤੁਹਾਡੇ 'ਚ ਮਾਦਾ ਵਾ ਤੇ ਹਾਰ ਵੀ ਕਬੂਲਣੀ ਸਿੱਖੋ ਕਿਉਂਕਿ ਉਸ ਪਿੰਡ ਵਿੱਚ ਕਦੀ ਵੀ ਝਾੜੂ ਦਾ ਕੋਈ ਅਧਿਕਾਰਤ ਪੰਚ ਜਾਂ ਸਰਪੰਚ ਨਹੀਂ ਬਣੇਗਾ ਤੇ ਨਾ ਇਦਾਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਕਦੀ ਵੋਟ ਪਾ ਕੇ ਬਣਾਉਣਗੇ ਮੈਂ ਦੁਨੀਆ ਭਰ 'ਚ ਬੈਠੇ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਦਿਸ ਇਜ਼ ਜਸਟ ਏ ਟਿਪ ਆਫ ਦੀ ਆਈਸਬਰਗ ਜਿਹਨੂੰ ਕਹਿੰਦੇ ਆ ਕਿ ਸਮੁੰਦਰ ਦੇ ਵਿੱਚ ਬਹੁਤ ਵੱਡਾ ਗਲੇਸ਼ੀਅਰ ਹੁੰਦਾ ਬਰਫ਼ ਦਾ ਜਿਹਦੇ 'ਚ ਜਹਾਜ਼ ਟਕਰਾ ਕੇ ਖਰਾਬ ਹੋ ਜਾਂਦੇ ਨੇ ਟੁੱਟ ਜਾਂਦੇ ਨੇ ਇਹ ਉਹਦਾ ਇੱਕ ਨਿੱਕਾ ਜਿਹਾ ਹਿੱਸਾ ਤੁਹਾਨੂੰ ਦਿਖਾਇਆ ਇਹਨਾਂ ਦੀ ਕਰਤੂਤ ਦਿਖਾਈ ਆ ਮੈਂ ਚਾਹੁੰਦਾ ਤਾਂ ਮੈਂ ਲੜਾਈ ਉੱਥੇ ਵੀ ਲੜੀ ਜਾਣੀ ਕੋਈ ਇਹੋ ਜਿਹੀ ਗੱਲ ਨਹੀਂ ਪਰ ਇਹ ਤੁਹਾਡੇ ਰਾਹੀਂ ਮੀਡੀਆ ਦੇ ਰਾਹੀਂ ਮੈਂ ਦੁਨੀਆ ਤੱਕ ਇਹਨਾਂ ਦਾ ਮਾਈਂਡਸੈਟ ਐਕਸਪੋਜ਼ ਕਰਨਾ ਚਾਹੁੰਦਾ ਵਾਂ ਐਂਡ ਦੇ ਸਟੈਂਡ ਐਕਸਪੋਜ਼ ਕੰਪਲੀਟਲੀ ਝੂਠ ਬੋਲਦੇ ਨੇ ਔਰ ਅਫਸਰਾਂ ਨੂੰ ਧਮਕੀਆਂ ਦਿੰਦੇ ਨੇ ਤੇਰੀ ਬਦਲੀ ਕਰਾ ਦੇਵਾਂਗੇ ਤੈਨੂੰ ਇੱਥੋਂ ਸਸਪੈਂਡ ਕਰਾ ਦੇਵਾਂਗੇ ਤੇ ਇਹ ਕਿੱਥੋਂ ਦਾ ਬਦਲਾਅ ਤੇ ਕਿੱਥੋਂ ਦੀ ਗੱਲ ਹੈ ਸਿਰਫ ਇਹ ਤੁਹਾਡੇ ਸਾਹਮਣੇ ਕਰਨਾ ਸੀਗਾ ਮੇਰੇ ਨਾਲ ਸਟੀਫਨ ਕਾਲਾ ਜੀ ਸਾਡੇ ਨਾ ਇੱਕ ਮਿੰਟ ਸਟੀਫਨ ਇੱਥੇ ਆ ਮੇਰਾ ਵੀਰ ਇਹਨੂੰ ਜਗ੍ਹਾ ਦਿਓ ਬੇਟੇ ਪਲੀਜ਼ ਇਹ ਸਟੀਫਨ ਕਾਲਾ ਇਹ ਸਾਡੇ ਬਲਾਕ ਸਮਿਤੀ ਦੇ ਵੀ ਚੇਅਰਮੈਨ ਨੇ ਔਰ ਸਾਡੇ ਬਲਾਕ ਕਾਂਗਰਸ ਕਮੇਟੀ ਨਰਾਲਾ ਦੇ ਪ੍ਰੈਜ਼ੀਡੈਂਟ ਨੇ ਮੇਰੇ ਨਾਲ ਅੱਜ ਭੁਲੱਥ ਦੇ ਵਿੱਚ ਟੋਟਲ ਬਲਾਕ ਸਮਿਤੀਆਂ ਦੇ ਮੈਂਬਰਸ ਦੋਨਾਂ ਬਲਾਕਾਂ ਦੇ ਬਲਾਕ ਸਮਿਤੀ ਦਾ ਚੇਅਰਮੈਨ ਦੋਨੋਂ ਬਲਾਕਾਂ ਦੇ ਵਾਈਸ ਚੇਅਰਮੈਨ ਦੋਨਾਂ ਬਲਾਕਾਂ ਦੇ ਮਾਰਕੀਟ ਕਮੇਟੀ ਚੇਅਰਮੈਨ ਦੋਨਾਂ ਬਲਾਕਾਂ ਦੇ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਅਸੀਂ ਲਿਆਉਣਾ ਚਾਹੁੰਦੇ ਤਾਂ ਸਭ ਨੂੰ ਲਿਆ ਸਕਦੇ ਸੀ ਲੇਕਿਨ ਜਗ੍ਹਾ ਤੇ ਸਮਾਂ ਇਜਾਜ਼ਤ ਨਹੀਂ ਦਿੰਦਾ ਤੁਸੀਂ ਸਮਝੋ ਕਿ ਇਹ ਜੋ ਮੈਂ ਗੱਲ ਕਹਿ ਰਿਹਾ ਇਹ ਸਮੂਹ ਇਲਾਕਾ ਭੁਲੱਥ ਦੇ ਲੋਕਾਂ ਦੇ ਜਜ਼ਬਾਤ ਆ ਮੈਂ ਸਟੀਫਨ ਨੂੰ ਕਹੂੰਗਾ ਕਿ ਥੋੜਾ ਸੰਖੇਪ ਵਿੱਚ ਤੁਸੀਂ ਵੀ ਆਪਣੀ ਗੱਲ ਜ਼ਰੂਰ ਦੱਸੋ ਪਿੰਡ ਇਹ ਉਸੇ ਪਿੰਡ ਦੇ ਨੇ ਜੀ ਅੱਗੇ ਸਾਡਾ ਪਿੰਡ ਰਾਏਪੁਰ ਰਾਈਆਂ ਜੀ ਜਿੱਥੇ ਅਧਿਕਾਰਤ ਪੰਚ ਦੀ ਚੋਣ ਵਾਸਤੇ ਮਿਸਿਜ ਮੇਰੇ ਪੰਚਾਇਤ ਸਮਿਤੀ ਦੇ ਉੱਥੇ ਚੇਅਰਮੈਨ ਹੈਗੇ ਆ ਉਹ ਆਪ ਵੀ ਬੈਠੇ ਰਹੇ ਨਾ ਵੀਡੀਓ ਤੇ ਨਾ ਜਿਹੜਾ ਸਾਡਾ ਸੰਬੰਧਤ ਸੈਕਟਰੀ ਉੱਥੇ 3 ਵਾਰੀ ਮੀਟਿੰਗ ਬੁਲਾ ਕੇ ਆਪ ਮੌਜੂਦ ਨਹੀਂ ਰਹਿੰਦੇ ਇਹ ਬਹੁਤ ਮਾੜੀ ਗੱਲ ਆ ਮੈਂ ਵੀ ਖੈਰਾ ਸਾਹਿਬ ਉਹਨਾਂ ਨੇ ਸਭ ਕੁਝ ਦੱਸ ਦਿੱਤਾ ਪਰ ਮੈਂ ਜਦੋਂ ਸਰਕਾਰ ਬਣੀ ਤੇ ਸਾਡੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਨੇ ਆਪ ਮੀਡੀਆ ਸਾਹਮਣੇ ਆ ਕੇ ਇਹ ਕਿਹਾ ਸੀਗਾ ਕਿ ਸਾਡੀ ਸਰਕਾਰ ਨਿਰਪੱਖਤਾ ਦੇ ਨਾਲ ਕੰਮ ਕਰੂਗੀ ਕੋਈ ਸਾਡਾ ਜਿਹੜਾ ਐਮਐਲਏ ਮਿਨਿਸਟਰ ਜਿਹੜਾ ਨਾ ਸੰਬੰਧਿਤ ਕਿਸੇ ਅਫਸਰ ਨੂੰ ਕੋਈ ਐਦਾਂ ਦਾ ਮੈਸੇਜ ਡਰਾ ਧਮਕਾਉਣ ਵਾਲਾ ਨਹੀਂ ਕਰੂਗਾ ਜੇਕਰ ਕਰੂਗਾ ਤੇ ਅਸੀਂ ਉਹਨੂੰ ਉਸੇ ਵੇਲੇ ਮੁਅੱਤਲ ਕਰਾਂਗੇ ਪਰ ਵੀਡੀਓ ਦਫ਼ਤਰ ਆਣ ਕੇ ਇੱਕ ਪਾਸੇ 6 ਮੈਂਬਰ ਜਿਹੜੇ ਪੂਰੇ ਨਗਰ ਦੇ ਨਾਲ ਪਿੰਡ ਦੇ ਨਾਲ ਧਰਨਾ ਲਾ ਕੇ ਬੈਠੇ ਆ ਸਾਡੇ ਹਲਕਾ ਭੁਲੱਥ ਦੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜੀ ਉਹਨਾਂ ਨਾਲ ਇੱਕ ਮੈਂਬਰ ਸਿਰਫ ਖੜਾ ਸੀਗਾ ਤੇ ਮੀਡੀਆ ਦੇ ਨਾਲ ਉਹ ਰੂਬਰੂ ਸੀਗਾ ਤੇ ਉਹ ਕਹਿ ਰਿਹਾ ਸੀਗਾ ਕਿ ਸਾਡੇ ਕੋਲ ਬਹੁਮਤ ਆ ਅਸੀਂ ਉਹੀ ਮੀਡੀਆ ਦੇ ਨਾਲ ਜਿਹੜੀ ਉਹਨਾਂ ਦੀ ਇੰਟਰਵਿਊ ਆ ਉਹ ਆਪੇ ਹੀ ਲੈ ਲੈਣ ਜੇ ਉਹਨਾਂ ਨਾਲ ਦੂਜਾ ਪੰਚ ਵੀ ਖੜਾ ਹੋਵੇ ਤੇ ਅਸੀਂ 6 ਮੈਂਬਰ ਉਹਨਾਂ ਦੇ ਪੰਚ ਨੂੰ ਸਰਪੰਚ ਅਧਿਕਾਰਤ ਪੰਚ ਲਾ ਦਾਂਗੇ ਇੱਕੋ ਹੀ ਮੈਂਬਰ ਨੂੰ ਇਹ ਤਾਂ ਲੋਕਤੰਤਰ ਦਾ ਘਾਣ ਵਾ ਤੇ ਲੋਕਤੰਤਰ ਦੇ ਘਾਣ ਨੂੰ ਜਿਹੜੇ ਲੋਕ ਵਾ ਉਹ ਸਹਿਣ ਨਹੀਂ ਕਰਨਗੇ ਇਹੀ ਮੇਰੀ ਬੇਨਤੀ ਹੈ ਬਹੁਤ ਸ਼ੁਕਰੀਆ ਅੱਜ ਦਾ ਵਿਸ਼ਾ ਸਾਡਾ ਸਿਰਫ ਇੰਨਾ ਸੀਗਾ ਤੁਸੀਂ ਇਸ ਤੋਂ ਇਲਾਵਾ ਕੋਈ ਗੱਲ ਪੁੱਛ ਸਕਦੇ ਪਰ ਇਸ ਇਸ਼ੂ ਨੂੰ ਸਕਰਟ ਨਾ ਕਰਿਓ ਕਿ ਐਵੇਂ ਕੋਈ ਗੱਲ ਹੋਰ ਪੁੱਛ ਲਈ ਕੋਈ ਕਿਸੇ ਨੇ ਰਿਮਾਰਕ ਮੈਂ ਦੇ ਦਿੱਤਾ ਤੇ ਤੁਸੀਂ ਉਸ ਨੂੰ ਹਾਈਲਾਈਟ ਕਰ ਰਿਹਾ ਤੇ ਇਹ ਮੁੱਦਾ ਮੈਂ ਤੁਹਾਨੂੰ ਫਿਰ ਭੈਣਾ ਭਰਾਵਾਂ ਨੂੰ ਕਹਿਣਾ ਚਾਹੁੰਦਾ ਇਹ ਚਾਹੇ ਛੋਟੀ ਗੱਲ ਹੈ ਬਟ ਇਹ ਬੇਸਿਕ ਡੈਮੋਕ੍ਰੇਸੀ ਦਾ ਜਿਹੜਾ ਸਾਡਾ ਗ੍ਰਾਸ ਰੂਟ ਇੰਸਟੀਟਿਊਸ਼ਨਸ ਆ ਜੇ ਉਹਨੂੰ ਤਬਾਹ ਕਰਨ ਤੇ ਤੁਲੇ ਨੇ ਜਿੱਦਾਂ ਇਹਨਾਂ ਨੇ ਕਿਹਾ ਕਿ ਭਗਵੰਤ ਮਾਨ ਇੱਕ ਪਾਸੇ ਕਹਿੰਦਾ ਕਿ ਬਦਲਾਖੋਰੀ ਦੀ ਕਾਰਵਾਈ ਨਹੀਂ ਕਰਾਂਗੇ ਬਦਲਾਖੋਰੀ ਹਲਕਾ ਲਾਂਬਾ ਤੇ ਕੁਮਾਰ ਵਿਸ਼ਵਾਸ ਤੇ ਤਾਂ ਕਰਤੀ ਇਹਨਾਂ ਨੇ ਪਰ ਬਦਲਾਖੋਰੀ ਇਹ ਨਹੀਂ ਸੀ ਉਮੀਦ ਕਿ ਜਾ ਕੇ ਇੱਕ ਛੋਟੇ ਪਿੰਡ ਪੱਧਰ ਦੇ ਮਸਲੇ ਦੇ ਉੱਤੇ ਜਾ ਕੇ ਵੀ ਬਦਲਾਖੋਰੀ ਤੇ ਉਤਰਨਗੇ ਤੁਸੀਂ ਕੋਈ ਗੱਲ ਪੁੱਛਣੀ ਤਾਂ ਪੁੱਛ ਸਕਦੇ ਨਹੀਂ ਦੇਖੋ ਗੱਲ ਇਹ ਆ ਕਿ ਆਪਣੇ ਲੈਵਲ ਤੇ ਸਾਡੇ ਇਲਾਕੇ ਦੇ ਵਿੱਚ ਜਿਹੜੀਆਂ ਪੰਚਾਇਤਾਂ ਨੇ ਸਿਰ ਕੱਟ ਕੰਮ ਕੀਤਾ ਉਹਨਾਂ ਦੇ ਸਰਪੰਚਾਂ ਨੂੰ ਤੋੜਨ ਦੇ ਨਜ਼ਰੀਏ ਨਾਲ ਵੀਡੀਓ ਦਫ਼ਤਰ ਦਾ ਦੁਰਉਪਯੋਗ ਕਰਕੇ ਨੋਟਿਸ ਭੇਜੇ ਜਾ ਰਹੇ ਆਪਣਾ ਰਿਕਾਰਡ ਲੈ ਕੇ ਆਓ ਇੱਧਰ ਕਰੋ ਉੱਧਰ ਕਰੋ ਉਹ ਗਿੱਦੜ ਭੁੱਕਿਆ ਨੇ ਉਹ ਸਾਨੂੰ ਕੋਈ ਇਸ਼ੂ ਨਹੀਂ ਪਰ ਇਹ ਟੈਕਨੀਕਲ ਇਸ਼ੂ ਆ
ਜਿਹੜੀ ਕਿ ਇਲੈਕਸ਼ਨ ਜਿਹੜੀ ਫਿਕਸ ਕੀਤੀ ਗਈ 2 ਵਾਰੀ ਨੋਟਿਸ ਦਿੱਤਾ ਗਿਆ 2 ਵਾਰੀ ਲੋਕ ਹਾਜ਼ਰ ਹੋਏ ਤੇ ਇਲੈਕਸ਼ਨ ਕਿਉਂ ਨਹੀਂ ਕਰਾਈ ਜਾ ਰਹੀ। ਕਹਿੰਦਾ ਸਾਹਿਬ ਇੱਕ ਸੱਤਾ ਤੋਂ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਵੀ ਘਰ ਘਰ ਰੋਜ਼ਗਾਰ ਦੇਵਾਂਗੇ। ਪਿਛਲੇ ਦਿਨੀ ਇਹਨਾਂ ਨੇ ਜਿਹੜੀ ਜੁਗਾੜੂ ਰੇਹੜੀਆਂ ਉਹਨੂੰ ਬੰਦ ਕਰਨ ਦੀ ਗੱਲ ਕੀਤੀ ਸੀਗੀ, ਪਰ ਫਿਰ ਵੀ ਇਹਨਾਂ ਨੇ ਫੈਸਲਾ ਵਾਪਸ ਲੈ ਲਿਆ। ਹੁਣ ਇਹ ਜਿਹੜੀਆਂ ਸੜਕਾਂ ਦੇ ਆਸ-ਪਾਸ ਰੇਹੜੀਆਂ ਜਾਂ ਫੜੀਆਂ ਲੱਗੀਆਂ ਹੈਗੀਆਂ ਉਹਨਾਂ ਨੂੰ ਹਟਾਉਣ ਦੀ ਗੱਲ ਦੇਖੋ, ਜਿਹੜੀ ਪਾਰਟੀ ਇਹ ਕਹਿੰਦੀ ਸੀ ਕਿ ਅਸੀਂ ਰੇਹੜੀਆਂ ਵਾਲਿਆਂ ਨੂੰ ਐਮਐਲਏ ਬਣਾਵਾਂਗੇ, ਅਸੀਂ ਪੈਂਚਰਾਂ ਵਾਲਿਆਂ ਨੂੰ ਐਮਐਲਏ ਬਣਾਵਾਂਗੇ, ਪਹਿਲਾਂ ਸਭ ਤੋਂ ਉਹਨਾਂ ਦਾ ਰੋਜ਼ੀ ਰੋਟੀ ਖੋਣ ਤੇ ਇਹ ਆਏ। ਇੰਜਨ ਰੇਹੜੀਆਂ ਬੰਦ ਕਰਤੀਆਂ ਸੀ ਇਹਨਾਂ ਨੇ, ਪਰ ਜਦੋਂ ਦੇਖਿਆ ਕਿ ਪਬਲਿਕ ਓਪੀਨੀਅਨ ਬੜਾ ਉਲਟ ਆਇਆ ਵਾ, ਇਹਨਾਂ ਨੇ ਉਹ ਆਪਣੇ ਹੁਕਮ ਵਾਪਸ ਲਏ ਨੇ। ਮੇਰਾ ਇਹ ਮੰਨਣਾ ਵਾ ਕਿ ਜੇ ਕੋਈ ਵੀ ਇਨਕਰੋਚਮੈਂਟ ਵੀ ਹਟਾਉਣੀ ਆ, ਘੱਟੋ ਘੱਟ ਉਹਨਾਂ ਨੂੰ ਕੋਈ 6 ਮਹੀਨੇ ਸਾਲ ਦਾ ਟਾਈਮ ਤਾਂ ਦਿਓ, ਨੋਟਿਸ ਦਿਓ ਕਿ ਤੁਸੀਂ ਆਪਣੇ ਕੋਈ ਆਲਟਰਨੇਟ ਆਪਣੇ ਰੋਜ਼ਗਾਰ ਦਾ ਪ੍ਰਬੰਧ ਕਰ ਲਓ। ਅਸੀਂ ਤੁਹਾਡੀਆਂ ਰੇਹੜੀਆਂ ਜਾਂ ਫੜੀਆਂ ਜਿਹੜੀਆਂ ਸੜਕਾਂ ਤੇ ਨਹੀਂ ਲੱਗਣ ਦੇਵਾਂਗੇ। ਸਰਕਾਰ ਨੂੰ ਵੀ ਚਾਹੀਦਾ ਹੈਗਾ ਵੀ ਜਿਹੜੀ ਜਗ੍ਹਾ ਉਹਨਾਂ ਨੂੰ ਮੁਹੱਈਆ ਕਰਾ ਕੇ ਦਿੱਤੀ। ਬਿਲਕੁਲ ਉਹੀ ਤਾਂ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਜਿਹੜੀ ਪਾਰਟੀ ਇਹ ਕਹਿੰਦੀ ਸੀ ਕਿ ਅਸੀਂ ਲੋਕਾਂ ਨੂੰ ਰੋਜ਼ਗਾਰ ਦੇਣਾ ਵਾ, ਤੁਸੀਂ ਤਾਂ ਲੋਕਾਂ ਦਾ ਰੋਜ਼ਗਾਰ ਖੋ ਰਹੇ ਹੋ। ਜੇ ਤੁਸੀਂ ਕਿਸੇ ਰੇਹੜੀਆਂ ਵਾਲੇ ਨੂੰ ਅਪਰੂਟ ਕਰਨਾ ਹੈਗਾ ਤੇ ਫਿਰ ਉਹਨਾਂ ਨੂੰ ਆਲਟਰਨੇਟ ਅਰੇਂਜਮੈਂਟਸ, ਉਹਨਾਂ ਨੂੰ ਕੋਈ ਛੋਟੀ ਬੂਥ ਵਾਸਤੇ ਜਗ੍ਹਾ ਜਿੱਥੇ ਆਪਣਾ ਉਹ ਰੋਜ਼ੀ ਰੋਟੀ ਕਰ ਸਕਣ। ਦੂਸਰਾ, EMPLOYEES ਬਾਰੇ ਮੈਂ ਕਹਿਣਾ ਚਾਹੁੰਦਾ ਕਿ ਇੱਕ ਗੱਲ ਯਾਦ ਕਰਿਓ ਕਿ EMPLOYEES ਦੀਆਂ ਕਈ ਕੈਟੇਗਰੀਜ਼ ਦੀਆਂ ਭਰਤੀਆਂ ਕੰਪਲੀਟ ਨੇ। ਮਿਸਾਲ ਦੇ ਤੌਰ ਤੇ 5348 ਕਾਂਸਟੇਬਲਸ ਦੀ ਸਾਰੀ ਪ੍ਰਕਿਰਿਆ ਕੰਪਲੀਟ ਹੋ ਚੁੱਕੀ ਆ। 33% ਉਹਦੇ ਚ ਕੁੜੀਆਂ ਵੀ ਕੰਪਲੀਟ ਕਰ ਚੁੱਕੀਆਂ, ਸਿਰਫ ਮੈਡੀਕਲ ਹੋਣਾ ਵਾ। ਪਹਿਲਾਂ ਤਾਂ ਉਹ 5000 ਕਾਂਸਟੇਬਲ ਦੀ ਅਪਾਇੰਟਮੈਂਟ ਲੈਟਰਸ ਆਮ ਆਦਮੀ ਪਾਰਟੀ ਦੀ ਸਰਕਾਰ ਜਾਰੀ ਕਰੇ। ਇਸੇ ਤਰ੍ਹਾਂ ਹੀ ਜਿਹੜਾ ਸਬਆਰਡੀਨੇਟ ਸਿਲੈਕਸ਼ਨ ਸਰਵਿਸਿਜ਼ ਬੋਰਡ ਹੈ, SSS ਬੋਰਡ, ਉਹ ਜੇਲ੍ਹ ਵਾਰਡਰਸ, ਕਲਰਕਸ ਅਤੇ ਪਟਵਾਰੀਆਂ ਦੀਆਂ ਭਰਤੀਆਂ ਕੰਪਲੀਟ ਕਰ ਚੁੱਕੇ ਆ। ਐਵਰੀਥਿੰਗ ਹੈਜ਼ ਬੀਨ ਡਨ, ਮੈਰਿਟਸ ਹੈਵ ਬੀਨ ਪ੍ਰੀਪੇਅਰਡ, ਸਿਰਫ ਅਪਾਇੰਟਮੈਂਟ ਲੈਟਰਸ ਦੇਣੇ ਆ। ਔਰ ਪਿਛਲੇ ਦਿਨਾਂ ਜਿਹੜੀਆਂ ਭਗਵੰਤ ਮਾਨ ਨੇ 716 ਅਪਾਇੰਟਮੈਂਟ ਲੈਟਰਸ ਦਿੱਤੀਆਂ PSPCL ਦੇ EMPLOYEES ਨੂੰ, ਉਹਦੇ ਚ ਲੋਕਾਂ ਨੇ ਪੁਆਇੰਟ ਆਊਟ ਕੀਤਾ, ਮੈਂ ਆਪਣੇ ਸੋਸ਼ਲ ਮੀਡੀਆ ਦੇ ਪੇਜ ਤੇ ਸ਼ੇਅਰ ਕੀਤਾ, 40% ਨੌਨ ਪੰਜਾਬੀਆਂ ਨੂੰ ਨੌਕਰੀਆਂ ਚਲੇ ਗਈਆਂ ਨੇ। ਹਿਮਾਚਲ ਦੇ, ਹਰਿਆਣੇ ਦੇ ਲੋਕ ਜਿਹੜੇ ਡੋਮਿਸਾਈਲ ਉੱਥੋਂ ਦੇ ਨੇ, ਜਿਹੜੇ ਪੰਜਾਬ ਦੇ ਡੋਮਿਸਾਈਲ ਹੀ ਨਹੀਂ ਕਿ ਜਿਹੜੇ ਪੰਜਾਬ ਦੀ ਸਿੱਖਿਆ ਵਿਭਾਗ ਚੋਂ 10ਵੀਂ 12ਵੀਂ ਨਹੀਂ ਕੀਤੀ, 40% ਨੌਕਰੀਆਂ ਗੈਰ ਪੰਜਾਬੀਆਂ ਨੂੰ ਗਈਆਂ ਨੇ। ਇਸ ਲਈ ਸਰਕਾਰ ਨੂੰ ਮੈਂ ਯਾਦ ਕਰਾਉਣਾ ਚਾਹੁੰਦਾ ਕਿ ਜੀ ਸਦਕੇ ਨੌਕਰੀਆਂ ਦਿਓ। ਪਹਿਲਾਂ ਤਾਂ ਜਿਹੜੇ ਰੈਡੀ ਬੈਠੇ ਨੇ, ਔਰ ਉਹਦੇ ਸ਼ਾਇਦ ETT ਟੀਚਰਸ ਤੇ ਟੈਟ ਪਾਸ ਟੀਚਰਸ ਦੀਆਂ ਵੀ ਨਿਯੁਕਤੀਆਂ ਸਭ ਕੁਝ ਮੁਕੰਮਲ ਹੋਇਆ, ਤੁਸੀਂ 25000 ਵਿੱਚ ਹੀ ਗਿਣ ਲਓ ਉਹਨਾਂ ਨੂੰ। ਉਹ ਜਿਹੜਾ 10-12,000 EMPLOYEES ਐਬਸੋਲੂਟਲੀ ਰੈਡੀ ਟੂ ਬੀ given appointment letters, they should be given appointment letters on priority। ਇਹ ਮੇਰਾ ਕਹਿਣਾ। ਬਿਜਲੀ ਦੀ ਤੁਸੀਂ ਗੱਲ ਕਰ ਰਹੇ ਸੀ, ਅੱਜ ਪੰਜਾਬ ਦੇ ਵਿੱਚ ਬਹੁਤ ਨਾਜ਼ੁਕ ਹਾਲਾਤ ਆ, ਬਹੁਤ ਅੱਤ ਦੀ ਗਰਮੀ ਹੈ, ਔਰ ਇੰਨਾ ਜ਼ਿਆਦਾ ਤੇਲ ਡੀਜ਼ਲ ਮਹਿੰਗਾ 100 ਰੁਪਏ ਲੀਟਰ ਦੇ ਤਕਰੀਬਨ ਹੈਗਾ, ਤੇ ਪੰਜਾਬ ਦੇ ਵਿੱਚ ਪੂਰਾ ਹਨੇਰਾ ਛਾਇਆ ਪਿਆ। ਉਧਰੋਂ ਝੋਨੇ ਦੀ ਤਿਆਰੀ ਹੈ, ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੋਈ ਪ੍ਰਬੰਧ ਨਹੀਂਗਾ। ਔਰ ਇਹਦੇ ਪਿੱਛੇ ਮੈਂ ਸਮਝਦਾ ਕਿ ਜਿਹੜਾ ਬਹੁਤ ਮੁਫਤਖੋਰੀ ਦੀ ਪੋਲਿਟਿਕਸ ਚੱਲ ਰਹੀ ਆ। ਮਤਲਬ ਮੈਂ ਪਰਸਨਲੀ ਜੇ ਮੇਰੇ ਤੇ ਛੱਡਿਆ ਜਾਵੇ, ਦਿਸ ਇਜ਼ ਐਬਸੋਲੂਟਲੀ ਰੋਂਗ। ਪਹਿਲਾਂ ਹੀ PSPCL ਜਿਹੜਾ ਵਾ ਉਹ 10,000 ਕਰੋੜ ਰੁਪਏ ਦਾ ਸਬਸਿਡੀ ਜਿਹੜੀ ਆ ਉਹਨਾਂ ਨੂੰ ਫ੍ਰੀ ਟਿਊਬਲ ਕਨੈਕਸ਼ਨਸ ਤੇ ਫਿਊ ਟਿਊਬਲ ਦੀ ਇਲੈਕਟ੍ਰਿਸਿਟੀ ਨੂੰ ਜਾਰੀ ਆ। ਉਸ ਤੋਂ ਬਾਅਦ 200 ਯੂਨਿਟ ਜਿਹੜੀਆਂ ਸਰਕਾਰਾਂ ਫ੍ਰੀ ਦਿੰਦੀਆਂ ਸੀ, ਹੁਣ 300 ਯੂਨਿਟ ਤੁਸੀਂ ਕਰੋਗੇ। PSPCL ਇਜ਼ ਬਲੀਡਿੰਗ। PSPCL ਦੇ ਕੋਲ ਰੋਜ਼ਮर्रा ਦੇ ਖਰਚੇ ਚਲਾਉਣ ਵਾਸਤੇ ਉਹਨਾਂ ਕੋਲ ਕੋਈ ਪੈਸਾ ਨਹੀਂਗਾ, ਤਨਖਾਹਾਂ ਦੇਣ ਵਾਸਤੇ ਪੈਸਾ ਨਹੀਂ। ਪਾਵਰ ਤਾਂ ਮਿਲ ਰਹੀ ਆ ਸੈਂਟਰਲ ਗ੍ਰਿਡ ਪੂਲ ਦੇ ਵਿੱਚੋਂ, ਪਾਵਰ ਲੈਣ ਵਾਸਤੇ ਪੈਸੇ ਨਹੀਂ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੋਲ। ਇਸ ਕਰਕੇ ਇਹ ਜਿਹੜਾ ਤੁਰੰਤ ਲੋਕਾਂ ਨੂੰ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ। ਇੱਕ ਕਸੂਰ ਕੇਂਦਰ ਦੀ ਸਰਕਾਰ ਦਾ ਵੀ, ਕੋਲਾ ਬਹੁਤ ਮਹਿੰਗਾ ਕਰਤਾ ਉਹਨਾਂ ਨੇ। ਉਹ ਸਾਰੀਆਂ ਇੰਪੋਰਟੈਂਟ ਕੋਲ ਮਾਈਨਸ ਜਿਹੜੀਆਂ ਅੱਜ ਅਡਾਨੀਆਂ ਦੇ ਹਵਾਲੇ ਕਰ ਦਿੱਤੀਆਂ ਨੇ, ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਤੀਆਂ। ਕੋਲਾ 4-5-6 ਗੁਣਾ ਮਹਿੰਗਾ ਹੋ ਗਿਆ। ਇਟ ਵਿਲ ਰਿਫਲੈਕਟ ਔਨ ਦ ਥਰਮਲ ਪਾਵਰ ਪਲਾਂਟਸ and it will reflect upon the cost of electricity in Punjab, which is being produced by these thermal plants. ਜੋ ਕੁਝ ਹੋਇਆ ਉੱਥੇ ਬੜਾ ਮੰਦਭਾਗਾ ਵਾ। ਅਗਰ ਦੋ ਗੁੱਟਾਂ ਦੇ ਦਰਮਿਆਨ ਜਾਂ ਦੋ ਧਰਮਾਂ ਦੇ ਖਿਲਾਫ ਲੜਾਈ ਪੰਜਾਬ ਨੂੰ ਸ਼ੋਭਦਾ ਨਹੀਂਗਾ। ਪੰਜਾਬ ਬਹੁਤ ਪੀਸਫੁਲ ਲੋਕਾਂ ਦੀ ਧਰਤੀ ਹੈਗੀ ਆ। ਇਹਦੇ 'ਚ ਮੈਂ ਇਹੀ ਕਹਿ ਸਕਦਾ ਕਿ ਇੰਟੈਲੀਜੈਂਸ ਫੇਲਿਅਰ ਹੈ ਕੰਪਲੀਟ। ਜਿਸ ਇੱਕ ਮੈਨੂੰ ਗੱਲ ਤਾਂ ਕਰ ਲੈਣ ਦਿਓ ਜੀ, ਇਹ ਕੰਪਲੀਟਲੀ ਇੰਟੈਲੀਜੈਂਸ ਫੇਲਿਅਰ ਆ। ਜਿਹੜਾ ਇੱਕ ਪਾਰਟੀ ਨੇ ਕੋਈ ਅਨਾਉਂਸ ਕੀਤਾ ਸੀ 29 ਤਰੀਕ ਦਾ ਪ੍ਰੋਗਰਾਮ, ਤੇ ਪੰਜਾਬ ਪੁਲਿਸ ਸ਼ੁੱਡ ਹੈਵ ਬੀਨ ਮਚ ਇਨ ਟਾਈਮ ਗੇਅਰਡ। ਜਿਹੜੀ ਵੀ ਉਹ ਕੋਈ ਧਾਰਮਿਕ ਸਥਾਨ ਜਿੱਥੇ ਕੋਈ ਗੱਲ ਹੋ ਰਹੀ ਸੀ ਉੱਥੇ ਉਹਨੂੰ ਪ੍ਰੋਟੈਕਟ ਕਰਨਾ ਚਾਹੀਦਾ ਸੀਗਾ। ਉੱਥੇ ਤਾਂ ਕੱਲ ਪੂਰਾ ਨੰਗਾ ਨਾਚ ਹੋਇਆ ਜੰਗਲ ਰਾਜ ਦਾ। ਔਰ ਲਾਅ ਐਂਡ ਆਰਡਰ ਵੈਸੇ ਵੀ ਪੰਜਾਬ ਦਾ ਬਹੁਤ ਕ੍ਰਿਟੀਕਲ ਹੈ। ਪਿਛਲੇ ਕੁਝ ਦਿਨਾਂ ਦੇ ਵਿੱਚ ਮੇਰੇ ਖਿਆਲ 50-52 ਕਤਲ ਹੋ ਚੁੱਕੇ ਨੇ, ਨੌਜਵਾਨਾਂ ਤੋਂ ਲੈ ਕੇ ਖਿਡਾਰੀਆਂ ਤੋਂ ਲੈ ਕੇ ਬ੍ਰੌਡ ਡੇ ਲਾਈਟ ਮਰਡਰਸ ਹੋਏ ਨੇ।
ਐਂਡ ਇਹੀ ਆਮ ਆਦਮੀ ਪਾਰਟੀ ਜਦੋਂ ਆਪੋਜੀਸ਼ਨ ਸੀਗੇ ਬਹੁਤ ਸ਼ੋਰ ਮਚਾਉਂਦੇ ਸੀ, ਜੰਗਲ ਦਾ ਰਾਜ ਹੈ, ਕਾਨੂੰਨ ਨਾਮ ਦੀ ਸਥਿਤੀ, ਕਦੀ ਰਾਘਵ ਚੱਡਾ ਪੀਸੀ ਕਰ ਰਿਹਾ, ਕਦੀ ਚੀਮਾ ਕਰ ਰਿਹਾ, ਕਦੀ ਕੋਈ ਕਰ ਰਿਹਾ, ਕਦੀ ਕੋਈ ਕਰ ਰਿਹਾ। ਹੁਣ ਉਦੋਂ ਦੇ ਜਵਾਬ ਹੀ ਨਹੀਂ ਦਿੰਦੇ। ਔਰ ਮੇਰਾ ਇਹ ਮੰਨਣਾ ਵਾ ਕਿ ਕਾਨੂੰਨ ਦੀ ਵਿਵਸਥਾ ਉਦੋਂ ਤੱਕ ਨਹੀਂ ਸੁਧਰੇਗੀ ਜਦ ਤੱਕ ਤੁਸੀਂ ਪੁਲਿਸ ਨੂੰ ਨਿਰਪੱਖ ਤੌਰ ਤੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿਓਗੇ, ਜਦ ਤੱਕ ਤੁਸੀਂ ਉਸ ਨੂੰ ਡੀਪੋਲਿਟਿਸਾਈਜ਼ ਨਹੀਂ ਕਰੋਗੇ, ਉਹਦਾ ਸਿਆਸੀਕਰਨ ਸਿਵਲ ਐਡਮਿਨਿਸਟ੍ਰੇਸ਼ਨ ਦੀ ਨਹੀਂ ਤੋੜੋਗੇ। ਅੱਜ ਦਾ ਜਿਹੜਾ ਉਦਾਹਰਨ ਹੈ ਪੋਲਿਟਿਸਾਈਜੇਸ਼ਨ ਆਫ ਇੰਸਟੀਟਿਊਸ਼ਨਸ ਜਾਂ ਹੋਰ ਕੀ ਹੈ, ਇਸੇ ਕਰਕੇ ਪੰਜਾਬ ਦੇ ਵਿੱਚ ਲੋਕਾਂ ਨੂੰ ਇਨਸਾਫ ਮੈਂ ਤੁਹਾਨੂੰ ਕਹਿ ਰਿਹਾ ਵਾਂ ਕਿ ਇੱਕ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਨੇ ਥਾਣੇ ਵਿੱਚ ਜਾ ਕੇ ਐਸਐਚਓ ਨੂੰ ਪਾਇਲ ਦੇ ਐਸਐਚਓ ਨੂੰ ਧਮਕਾਇਆ। ਉਸਨੇ ਇੱਕ ਐਫਆਈਆਰ ਲਾਂਚ ਕੀਤੀ ਐਮਐਲਏ ਦੇ ਖਿਲਾਫ। ਉਹਨੇ ਉਮੀਦ ਕੀਤੀ ਕਿ ਗਵਰਨਮੈਂਟ ਮੇਰੀ ਸੁਣੂਗੀ, ਉਸ ਐਸਐਚਓ ਦਾ ਤਬਾਦਲਾ ਕਰ ਦਿੱਤਾ ਗਿਆ। ਖੈਰਾ ਸਾਹਿਬ 5000 ਏਕੜ ਜਿਹੜੀ ਜ਼ਮੀਨ ਇੱਕ ਮਹੀਨੇ ਦੇ ਅੰਦਰ ਖਾਲੀ ਕਰਾਉਣ ਦੇ ਲਈ ਪੰਚਾਇਤੀ ਜ਼ਮੀਨ ਦਾ ਫੈਸਲਾ ਤਾਂ ਜਾ ਸਕਦਾ। ਅੱਛਾ ਫੈਸਲਾ ਵਾ। ਮੈਂ ਤਾਂ ਕਹਿੰਦਾ 5000 ਕੁਲਦੀਪ ਸਿੰਘ ਢਾਲੀਵਾਲ ਨੂੰ ਕਹੋ ਕਿ ਤੁਸੀਂ ਆਪ ਜੋ ਜਾ ਕੇ ਛਾਪੇ ਮਾਰਦੇ ਫਿਰਦੇ ਹੋ 29 ਏਕੜ ਜਿਹੜੀ ਜ਼ਮੀਨ ਕਹਿੰਦੇ ਅਸੀਂ ਛਡਾਈ ਆ, ਉਹ ਹੈ ਵੀ ਇਹਨਾਂ ਦੇ ਬੰਦੇ ਦੀ ਸੀ, ਕੈਪਟਨ ਬਿਕਰਮ ਸਿੰਘ ਪਾਹੂਵਿੰਡ। ਉਹ 2017 ਵਿੱਚ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ, ਬਾਅਦ ਸ਼ਾਇਦ ਅਕਾਲੀ ਦਲ ਚਲੇ ਗਿਆ। ਸਭ ਤੋਂ ਨਜਾਇਜ਼ ਕਬਜ਼ੇ ਛਡਾਉਣੇ ਚਾਹੀਦੇ ਇਰਰਿਸਪੈਕਟਿਵ ਆਫ ਪਾਰਟੀ ਐਫੀਲੀਏਸ਼ਨ, ਚਾਹੇ ਕੋਈ ਅਕਾਲੀ, ਚਾਹੇ ਕੋਈ ਕਾਂਗਰਸ, ਚਾਹੇ ਕੋਈ ਝਾੜੂ, ਚਾਹੇ ਕੋਈ ਕੈਪਟਨ, ਚਾਹੇ ਕੋਈ ਬਾਦਲ, ਚਾਹੇ ਕੋਈ ਅਫਸਰ, ਬਹੁਤ ਵੱਡੇ ਵੱਡੇ ਅਫਸਰ ਦੇ। ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਆ ਜਿਹਨੇ ਆਇਡੈਂਟੀਫਾਈ ਕੀਤਾ ਕਿ 50000 ਏਕੜ ਸਰਕਾਰ ਦੀ ਬਹੁਤ ਮਹਿੰਗੀ ਜ਼ਮੀਨ ਮੋਹਾਲੀ ਜ਼ਿਲ੍ਹੇ ਦੀ, ਬਹੁਤ ਮਹਿੰਗੀ ਕਹਿ ਰਿਹਾ, ਕਰੋੜਾਂ ਰੁਪਏ ਦੀ, ਇਹਨਾਂ ਸਾਰੇ ਪੋਲੀਟੀਕਲ ਬੰਦਿਆਂ ਦੇ ਬਿਊਰੋਕਰੈਟਸ ਦੇ ਕੋਲ ਹੈ ਚੰਡੀਗੜ੍ਹ। ਕੱਲੇ 50000 ਇੱਕ ਜ਼ਿਲ੍ਹੇ ਵਿੱਚ ਆ। ਔਰ ਫਿਰ ਇੱਕ ਸਬ ਕਮੇਟੀ ਬਣੀ, ਚੰਦਰ ਸ਼ੇਖਰ ਜਿਹੜੇ ਏਡੀਜੀਪੀ ਰਿਟਾਇਰਡ ਨੇ, ਉਹ ਸਬ ਕਮੇਟੀ ਨੇ ਪਿਨ ਪੁਆਇੰਟ ਕਰਤਾ ਕੁਲਦੀਪ ਸਿੰਘ ਢਾਲੀਵਾਲ ਨੂੰ, ਬਜਾਏ ਕਿ ਕੱਲੇ 10-10 ਕਿੱਲਿਆਂ ਦੇ ਪਿੱਛੇ ਭੱਜਣ ਦੇ। He should sit down in office, get hold of the Justice Kuldeep Singh Commission report, get hold of the subcommittee report of Chandrasekhar IPS and act against illegal encroachments. And ਨਾਲ ਜੇ ਮੇਰਾ ਮੰਨਣਾ ਵਾ ਕਿ ਪੰਜਾਬ ਦੇ ਵਿੱਚ 23 ਜ਼ਿਲ੍ਹਿਆਂ 'ਚ ਘੱਟੋ ਘੱਟ 6 ਲੱਖ ਏਕੜ ਜ਼ਮੀਨ ਸਰਕਾਰ ਦੀ ਨਜਾਇਜ਼ ਕਬਜ਼ੇ 'ਚ ਆ, ਉੱਪਰਲੇ ਬੰਦਿਆਂ ਤਾਕਤਵਾਰ ਤੋਂ ਲੈ ਕੇ ਥੱਲੜਿਆਂ ਤੱਕ। ਔਰ ਇਹ 6 ਲੱਖ ਜਿਹਦੀ ਔਸਤਨ ਕੀਮਤ 50 ਲੱਖ ਰੁਪਏ ਵੀ ਏਕੜ ਲਾਓ, ਕਿਉਂਕਿ ਲੁਧਿਆਣੇ ਸ਼ਹਿਰ ਵਿੱਚ ਕੁਝ ਜ਼ਮੀਨਾਂ ਇਹੋ ਜਿਹੀਆਂ ਮੇਰੇ ਕੋਲ ਪਤਾ ਮੈਨੂੰ ਜਿਹੜੀਆਂ 5-5, 6-6 ਕਰੋੜ ਨੂੰ ਏਕੜ ਨੇ। ਅੰਮ੍ਰਿਤਸਰ ਸ਼ਹਿਰ 'ਚ, ਮੋਹਾਲੀ 'ਚ ਜਿਹੜੀਆਂ ਸਕਾਈਸਕ੍ਰੇਪਰ ਬਿਲਡਿੰਗਸ ਬਣੀਆਂ ਵੱਡੀਆਂ 20-20, 25-25 ਮੰਜ਼ਿਲਾਂ, ਉਹ ਸਰਕਾਰ ਦੀ ਜ਼ਮੀਨ ਤੇ ਬਣੀਆਂ ਹੋਈਆਂ ਨੇ। 10-10 ਕਰੋੜ ਨੂੰ ਏਕੜ ਆ ਮੋਹਾਲੀ ਦੇ ਵਿੱਚ। 50 ਲੱਖ ਨੂੰ ਵੀ ਕਿੱਲਾ ਲਾਓ, 3 ਲੱਖ ਕਰੋੜ ਰੁਪਇਆ ਜਿੰਨਾ ਕਰਜ਼ਾ ਪੰਜਾਬ ਸਰਕਾਰ ਦਾ, ਉਹ ਕਰਜ਼ਾ ਲਾਇਆ ਜਾ ਸਕਦਾ। ਬਟ ਫॉर दैट ਯੂ ਨੀਡ ਅ ਪ੍ਰੋਪਰ ਪਾਲਿਸੀ, ਯੂ ਨੀਡ ਅ ਸਟਰੋਂਗ ਵਿਲ ਪਾਵਰ and you need a very effective administration. ਕਿੰਨੇ ਮੌਕੇ ਤੇ ਜਾ ਕੇ ਮੀਡੀਆ ਵਾਲੇ ਨਾਲ ਕੈਮਰਿਆਂ ਵਾਲੇ ਲਿਜਾ ਕਿੰਨੇ ਤੁਸੀਂ ਛਡਾ ਲੋਗੇ। ਔਰ ਮੇਰੀ ਗੱਲ ਯਾਦ ਰੱਖਣਾ, ਜਦੋਂ ਤੁਸੀਂ ਮੌਕੇ ਤੇ ਜਾਂਦੇ ਹੋ, ਜੇ ਉਸਦੇ ਕੋਲ ਹਾਈ ਕੋਰਟ ਦਾ ਸਟੇ ਹੋਇਆ, ਫਿਰ ਤੁਸੀਂ ਕਿੱਦਾਂ ਜ਼ਮੀਨ ਛਡਾ ਲੋਗੇ, ਜਾਂ ਕੋਈ ਸਬ ਜੁਡਿਸ ਦਾ ਮਾਮਲਾ ਅਦਾਲਤ ਵਿੱਚ ਚੱਲ ਰਿਹਾ, ਕਿੱਦਾਂ ਛਡਾ ਲੋਗੇ। ਇਹ ਸਾਰੀਆਂ ਗੱਲਾਂ ਜਿਹੜੀਆਂ ਬੜੀਆਂ ਦੇਖਣ ਵਾਲੀਆਂ ਨੇ। ਇਹਦੇ ਲਈ ਨੀਤੀ ਬਣਾਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਜਸਟਿਸ ਕੁਲਦੀਪ ਸਿੰਘ ਸਭ ਤੋਂ ਓਨੈਸਟ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਦੀ ਰਿਪੋਰਟ ਨੂੰ ਹਵਾਲਾ ਦੇ ਕੇ ਮੈਂ ਕਹਿ ਰਿਹਾ ਹਾਂ। ਮੈਂ ਤਾਂ ਕਹਿਣਾ ਜੀ 1 ਲੱਖ ਏਕੜ ਨਹੀਂ, ਮੈਂ ਤਾਂ ਤੁਹਾਨੂੰ ਕਹਿ ਰਿਹਾ ਵਾ 6 ਲੱਖ ਕਿੱਲਾ ਪੰਜਾਬ ਦਾ। ਜੇ 50000 ਏਕੜ ਇੱਕ ਛੋਟੇ ਜਿਹੇ ਮੋਹਾਲੀ ਜ਼ਿਲ੍ਹੇ ਵਿੱਚ 6 ਲੱਖ ਏਕੜ ਜ਼ਮੀਨ ਨਜਾਇਜ਼ ਆ। ਧਾਲੀਵਾਲ ਸਾਹਿਬ ਨੂੰ ਕਹੋ ਛਡਾਉਣ ਸਾਰਿਆਂ ਨੂੰ। ਸਾਡੀ ਪਾਰਟੀ ਵਾਲਿਆਂ ਨੇ ਗਲਤ ਕਬਜ਼ਾ ਕੀਤਾ, ਉਹਨਾਂ ਤੋਂ ਪਹਿਲਾਂ ਛਡਾਉਣ, ਸਿਰਫ ਲਫ਼ਜ਼ੀ ਗੱਲਾਂ ਨਾ ਕਰਨ। ਦੇयर इज ਕੋਈ ਵੀ ਕੋਰਟ ਇਹ ਕਦੀ ਨਹੀਂ ਦੇ ਸਕਦੀ ਫੈਸਲਾ ਕਿ ਪੰਚਾਇਤ ਦੀ ਜ਼ਮੀਨ ਤੇ ਕੋਈ ਹੋਰ ਕਬਜ਼ਾ ਕਾਬਜ਼ ਹੋ ਸਕੇ। ਮੈਂ ਤਾਂ ਕਹਿ ਰਿਹਾ ਐਕਟ ਹੈ ਜੀ ਬਕਾਇਦਾ। ਪੰਜਾਬ ਵਿਧਾਨ ਸਭਾ ਨੇ 2007 ਵਿੱਚ ਇੱਕ ਐਕਟ ਅਡਾਪਟ ਕੀਤਾ ਸੀ, ਤੁਹਾਨੂੰ ਯਾਦ ਹੋਵੇਗਾ। ਕੁਝ ਲੋਕਾਂ ਨੇ, ਤਾਕਤਵਰ ਲੋਕਾਂ ਨੇ ਮੁਸ਼ਤਰਕਾ ਮਾਲਕਾਂ ਦੇ ਹਿੱਸੇ ਕਢਾ ਕੇ ਆਪਣੀਆਂ ਰਜਿਸਟਰੀਆਂ ਕਰਾ ਲਈਆਂ ਸੀ ਬਕਾਇਦਾ। ਪੰਜਾਬ ਸਰਕਾਰ ਨੇ ਐਕਟ ਤਰਮੀਮ ਕਰਕੇ ਵਿਧਾਨ ਸਭਾ 'ਚ ਐਕਟ ਪਾਸ ਕੀਤਾ ਕਿ ਕੋਈ ਵੀ ਜਿਹੜੀ ਨੇਚਰ ਆਫ ਲੈਂਡ which belongs to the government, whether it is ਪੰਚਾਇਤ, ਸ਼ਾਮਲਾਤ ਦੇ ਮੁਸ਼ਤਰਕਾ ਮਾਲਕਾ, ਕੋਈ ਜ਼ਮੀਨ ਦੇ ਉੱਤੇ ਕਿਸੇ ਦਾ ਨਜਾਇਜ਼ ਕਬਜ਼ਾ ਨਹੀਂ ਹੋ ਸਕਦਾ। ਦਿੱਲੀ ਦੇ ਵਿੱਚ ਜਿੱਦਾਂ ਬੁਲਡੋਜ਼ਰ ਚਲਾਏ ਜਾ ਰਹੇ ਆਮ ਆਦਮੀ ਪਾਰਟੀ ਵੱਲੋਂ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨਜਾਇਜ਼ ਕਬਜ਼ਿਆਂ ਵਿੱਚ ਸੈਟਿੰਗ ਕਰ ਰਹੇ ਆ, ਉਹਦੇ ਬਾਰੇ ਕੀ ਕਹੋ? ਇਹ ਹੁਣ ਤੁਸੀਂ ਖੁਲਾਸਾ ਵੀ ਕਰੋ ਨਾ ਕਿਹੜਾ ਸੈਟਿੰਗ ਕਰ ਰਿਹਾ। ਮੈਂ ਤਾਂ ਇਹਨਾਂ ਗੱਲਾਂ ਦੇ ਉਲਟ ਹੈਗਾ ਹੀ ਆ ਜੀ। ਜਿਹੜੀ ਲਾਲ ਲਕੀਰ ਦੇ ਅੰਦਰ ਜ਼ਮੀਨ ਆ ਰਹੀ ਹੈ, ਤੁਸੀਂ ਮੇਰੇ ਤੋਂ ਕਿਉਂ ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨ।
ਪੁਰਾਣਾ ਪੰਚਾਇਤ ਮੰਤਰੀ, ਸੰਤਰੀ ਮੰਤਰੀ, ਅਫਸਰ, ਚੀਫ ਸੈਕਟਰੀ, ਡੀਜੀਪੀ, ਫਾਰਮਰ ਚੀਫ ਮਿਨਿਸਟਰ, ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਲੁੱਟਿਆ ਵਾ, ਸਭ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਕਹਿੰਦਾ ਸਰ ਜਿਹੜੀ ਲਾਲ ਲਕੀਰ ਦੇ ਅੰਦਰ ਜ਼ਮੀਨ ਆ ਰਹੀ ਹੈ, ਲੋਕਾਂ ਨੇ ਉਹਦੇ ਤੇ ਕਬਜ਼ਾ ਕੀਤਾ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਇੱਕ ਤਾਂ ਹੁਣ ਟੈਕਨੀਕਲੀ ਮੈਂ ਕੋਈ ਵਕੀਲ ਤਾਂ ਹੈ ਨਹੀਂਗਾ, ਬਟ ਲਾਲ ਲਕੀਰ ਦੇ ਅੰਦਰ ਜਿਹੜੀ ਹੈਗੀ ਉਹਦਾ ਚ ਕੋਈ ਹਲੇ ਰੈਵਨਿਊ ਰਿਕਾਰਡ ਹੀ ਨਹੀਂ ਗਵਰਨਮੈਂਟ ਦੇ ਕੋਲ ਹੈਗਾ। ਔਰ ਚਰਨਜੀਤ ਚੰਨੀ ਨੇ ਜਿਹੜਾ ਕਿਹਾ ਸੀ ਕਿ ਲਾਲ ਲਕੀਰ ਦੇ ਅੰਦਰ ਅਸੀਂ ਮਲਕੀਅਤ ਦਿਆਂਗੇ, ਉਹ ਸਰਕਾਰ ਨੂੰ ਦੇਖਣਾ ਚਾਹੀਦਾ। ਜਿਹੜੇ ਪਿੰਡਾਂ ਦੇ ਵਿੱਚ ਕੋਈ ਛੋਟੇ ਗਰੀਬ ਆਦਮੀ ਨੇ ਜਿਨ੍ਹਾਂ ਕੋਲ 2-2 4-4 5-5 ਮਰਲੇ, ਆਈ ਥਿੰਕ ਦੈਟਸ ਅ ਫੇਅਰ ਕਿ ਲਾਲ ਲਕੀਰ ਦੇ ਅੰਦਰਲੀ ਜ਼ਮੀਨ ਜਿਹੜੀ ਉਹਨਾਂ ਦੇ ਲੋਕਾਂ ਨੂੰ ਮਲਕੀਅਤ ਦੇ ਹਕੂਕ ਮਿਲਣੇ ਚਾਹੀਦੇ। ਠੀਕ ਹੈ ਜੀ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ, ਪਰ ਆਹ ਸਟੋਰੀ ਨੂੰ ਮਿਸ ਨਾ ਕਰਿਓ ਜੀ ਪਲੀਜ਼। ਆਈ ਵਿਲ ਬੀ ਵੈਰੀ ਗ੍ਰੇਟਫੁਲ।